गुड मॉर्निंग टू ऑल। ਅੱਜ ਆਪਾਂ ਰਾਜੇ ਨਵਾਂ ਟੌਪਿਕ ਸ਼ੁਰੂ ਕਰਾਂਗੇ। ਆਪਣਾ ਜਿਹੜਾ ਹੈ ਸਟੋਰੀ ਬਾਕੀ ਸਭ ਸੁੱਖ ਸਾਂਦ ਹੈ। ਠੀਕ ਹੈ, ਆਪਣੇ ਜਿਹੜੀ ਆ ਸਿਲੇਬਸ ਦੀ 8ਵੀਂ ਸਟੋਰੀ ਹੈ ਬਾਕੀ ਸਭ ਸੁੱਖ ਸਾਂਦ ਹੈ ਤੋਂ ਕੀ ਭਾਵ ਆ। ਸਭ ਤੋਂ ਪਹਿਲਾਂ ਜਿਹੜਾ ਹੈ ਸਟੋਰੀ ਦਾ ਟਾਈਟਲ ਹੈ ਉਹ ਤੋਂ ਆਪਾਂ ਦੇਖਾਂਗੇ ਕਿ ਕੀ ਭਾਵ ਲਿਆ ਗਿਆ ਹੈ। ਮੋਹਨ ਭੰਡਾਰੀ ਦੀ ਲਿਖੀ ਹੋਈ ਕਹਾਣੀ ਬਾਕੀ ਸਭ ਸੁੱਖ ਸਾਂਦ ਮਤਲਬ ਠੀਕ ਠਾਕ ਹੈ। ਜਦੋਂ ਅਸੀਂ ਆਮ ਕਹਿੰਦੇ ਨਾ ਕਿਸੇ ਨੂੰ ਕਿ ਬਾਕੀ ਸਭ ਕੁਝ ਠੀਕ ਠਾਕ ਹੈ, ਸੁੱਖ ਸਾਂਦ ਹੈ ਘਰਾਂ ਦੇ ਵਿੱਚ, ਤਾਂ ਉਹਦੇ ਆਧਾਰ ਦੇ ਉੱਪਰ ਜਿਹੜਾ ਹੈ ਇਸ ਸਟੋਰੀ ਦਾ ਜਿਹੜਾ ਟਾਈਟਲ ਜਾਂ ਕਹਿ ਲਓ ਸਿਰਲੇਖ ਰੱਖਿਆ ਗਿਆ ਹੈ। ਕਹਾਣੀ ਲਿਖੀ ਗਈ ਹੈ ਮੋਹਨ ਭੰਡਾਰੀ ਦੁਆਰਾ, ਜਿਹਦੇ ਵਿੱਚ ਕਹਿ ਲਓ ਕਿ ਉਹਨੇ ਆਪਣੀ ਹੱਡ ਬੀਤੀ ਸੁਣਾਈ ਹੈ, ਜਾਂ ਇਹ ਕਹਿ ਲਓ ਕਿ ਇਸ ਕਹਾਣੀ ਦੇ ਰਾਹੀਂ ਉਹਨੇ ਪੇਂਡੂ ਜੀਵਨ ਦੀ ਝਲਕ ਸਾਡੇ ਸਾਹਮਣੇ ਦਰਸਾਈ ਹੈ ਕਿ ਆਮ ਕਰਕੇ ਪਿੰਡਾਂ ਦੇ ਲੋਕ ਜਿਹੜੇ ਆ ਉਹ ਕਿਹੋ ਜਿਹੀਆਂ ਮੁਸੀਬਤਾਂ ਦਾ, ਕਿਹੋ ਜਿਹੀਆਂ ਮੁਸ਼ਕਲਾਂ ਦਾ, ਕਿਹੋ ਜਿਹੇ ਕਸ਼ਟਾਂ ਦਾ ਸਾਹਮਣਾ ਕਰਦੇ ਆ, ਜਾਂ ਪੇਂਡੂ ਜੀਵਨ ਦੀ ਝਲਕ ਜਿਹੜੀ ਹੈ ਉਹ ਸਾਡੇ ਸਾਹਮਣੇ ਦਿਖਾਈ ਹੈ, ਜਿਹੜੀ ਕਿ ਇਸ ਕਹਾਣੀ ਦੇ ਵਿੱਚ ਹਰ ਕੌਰ ਦੇ ਪਾਤਰ ਰਾਹੀਂ ਸਾਡੇ ਸਾਹਮਣੇ ਦਰਸਾਈ ਗਈ ਹੈ। ਇਸ ਕਹਾਣੀ ਦਾ ਜਿਹੜਾ ਪਾਤਰ ਹਰ ਕੌਰ ਹੈ, ਜਿਹਨੇ ਕਿ ਆਪਣੀ ਕਹਿ ਲਓ ਕਿ ਨਿੱਜੀ ਜ਼ਿੰਦਗੀ ਦੇ ਵਿੱਚ ਕਿਹੋ ਜਿਹੀਆਂ ਦੁੱਖਾਂ ਤਕਲੀਫਾਂ ਦਾ ਉਹ ਸਾਹਮਣਾ ਕਰ ਰਹੀ ਹੈ, ਉਹ ਇੱਕ ਚਿੱਠੀ ਦੇ ਰਾਹੀਂ ਇਸ ਕਹਾਣੀ ਦੇ ਵਿੱਚ ਦਰਸਾਇਆ ਗਿਆ ਹੈ। ਠੀਕ ਹੈ, ਔਰ ਕਹਾਣੀ ਦਾ ਮੁੱਖ ਵਿਸ਼ਾ ਜਿਹੜਾ ਹੈ ਉਹ ਤੁਹਾਡੇ ਸਾਹਮਣੇ ਆਸ਼ਾਵਾਦੀ ਸੋਚ ਨੂੰ ਦਰਸਾਉਣਾ ਹੈ ਕਿ ਕਿਸ ਤਰ੍ਹਾਂ ਜੇਕਰ ਸਾਡਾ ਜੀਵਨ ਦੁੱਖਾਂ ਤਕਲੀਫਾਂ ਕਸ਼ਟਾਂ ਮੁਸੀਬਤਾਂ ਦੇ ਨਾਲ ਤਕਲੀਫਾਂ ਦੇ ਨਾਲ ਵੀ ਘਿਰਿਆ ਹੋਇਆ ਆ, ਤਾਂ ਵੀ ਸਾਨੂੰ ਹਮੇਸ਼ਾ ਜਿਹੜਾ ਹੈ ਉਹ ਆਸ਼ਾਵਾਦੀ ਰਹਿਣਾ ਚਾਹੀਦਾ ਹੈ। ਹਮੇਸ਼ਾ ਹੀ ਜਿਹੜਾ ਹੈ ਪੋਜ਼ਿਟਿਵ ਥਿੰਕਿੰਗ, ਆਸ਼ਾਵਾਦੀ ਸੋਚ ਰੱਖਣੀ ਚਾਹੀਦੀ ਹੈ। ਜਿਸ ਤਰ੍ਹਾਂ ਅਸੀਂ ਕਹਿੰਦੇ ਆ ਨਾ ਕਿ ਹਨੇਰੇ ਤੋਂ ਬਾਅਦ ਸਵੇਰਾ ਜ਼ਰੂਰ ਹੁੰਦਾ ਆ, ਔਰ ਧੁੱਪ ਤੋਂ ਬਾਅਦ ਜਿਹੜੀ ਛਾਂ ਹੈ ਉਹ ਜ਼ਰੂਰ ਆਉਂਦੀ ਹੈ, ਉਸੇ ਤਰ੍ਹਾਂ ਹੀ ਜਿਹੜਾ ਹੈ ਸਾਨੂੰ ਇਹ ਵੀ ਮੰਨਣਾ ਚਾਹੀਦਾ ਹੈ ਕਿ ਦੁੱਖਾਂ ਤੋਂ ਬਾਅਦ ਜਿਹੜਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਜ਼ਰੂਰ ਆਉਂਦੇ ਆ। ਇਸ ਕਰਕੇ ਸਾਨੂੰ ਹਮੇਸ਼ਾ ਸੁੱਖਾਂ ਦੀ ਕਾਮਨਾ ਕਰਨੀ ਚਾਹੀਦੀ ਹੈ, ਜਾਂ ਇਹ ਕਹਿ ਲਓ ਕਿ ਹਮੇਸ਼ਾ ਹੀ ਆਸ਼ਾਵਾਦੀ ਰਹਿਣਾ ਚਾਹੀਦਾ ਹੈ। ਸੋ ਆਸ਼ਾਵਾਦੀ ਸੋਚ ਨੂੰ ਦਰਸਾਉਣ ਦੇ ਲਈ ਜਿਹੜਾ ਹੈ ਇਸ ਕਹਾਣੀ ਦੇ ਵਿੱਚ ਹਰ ਕੌਰ ਦਾ ਪਾਤਰ ਦਿਖਾਇਆ ਗਿਆ ਹੈ, ਜਿਹੜੀ ਕਿ ਹਰ ਪਾਸੋਂ ਦੁੱਖਾਂ ਤਕਲੀਫਾਂ ਦੇ ਨਾਲ ਘਿਰੀ ਹੋਣ ਦੇ ਬਾਵਜੂਦ ਵੀ ਆਸ਼ਾਵਾਦੀ ਸੋਚ ਨੂੰ ਨਹੀਂ ਛੱਡਦੀ, ਔਰ ਹਮੇਸ਼ਾ ਜਿਹੜਾ ਹੈ ਇਹੀ ਸੋਚਦੀ ਹੈ ਕਿ ਉਹਦੀ ਜ਼ਿੰਦਗੀ ਦੇ ਵਿੱਚ ਹੌਲੀ ਹੌਲੀ ਦੁੱਖਾਂ ਦਾ ਘੁੱਪ ਹਨੇਰਾ ਦੂਰ ਹੋਏਗਾ, ਔਰ ਸੁੱਖਾਂ ਭਰੀ ਜਿਹੜੀ ਸਵੇਰ ਹੈ ਉਹਦੀ ਜ਼ਿੰਦਗੀ ਦੇ ਵਿੱਚ ਜ਼ਰੂਰ ਆਏਗੀ। ਸੋ ਕਹਾਣੀ ਸ਼ੁਰੂ ਕਰਦੇ ਹਾਂ। ਬਾਕੀ ਸਭ ਸੁੱਖ ਸਾਂਦ ਹੈ। ਮੋਹਨ ਸਿੰਘ ਪਿੰਡ ਵਿੱਚ ਇੱਕੋ ਇੱਕ ਪੜ੍ਹਿਆ ਲਿਖਿਆ ਮੁੰਡਾ ਸੀ। ਇੱਕੋ ਇੱਕ ਪੜ੍ਹਿਆ ਲਿਖਿਆ ਹੋਣ ਕਰਕੇ ਉਹ ਸਾਰੇ ਪਿੰਡ ਦੀਆਂ ਚਿੱਠੀਆਂ ਲਿਖਦਾ ਆ ਰਿਹਾ ਸੀ। ਗੱਲ ਉਸ ਸਮੇਂ ਦੀ ਕੀਤੀ ਗਈ ਹੈ ਜਦੋਂ ਪਿੰਡਾਂ ਦੇ ਲੋਕ ਬਹੁਤੇ ਪੜ੍ਹੇ ਲਿਖੇ ਨਹੀਂ ਹੁੰਦੇ ਸੀ, ਕੋਈ ਟਾਵਾਂ ਬੱਚਾ ਹੀ ਪੜ੍ਹਦਾ ਸੀ, ਕਿਉਂਕਿ ਜਿਹੜਾ ਹੈ ਪਿੰਡਾਂ ਦੇ ਵਿੱਚ ਪੜ੍ਹਾਈ ਲਿਖਾਈ ਦੀਆਂ ਬਹੁਤੀਆਂ ਸਹੂਲਤਾਂ ਨਹੀਂ ਹੁੰਦੀਆਂ ਸੀ, ਸ਼ਹਿਰਾਂ ਵਿੱਚ ਜਾਣਾ ਔਖਾ ਹੁੰਦਾ ਸੀ। ਇਸ ਕਰਕੇ ਪਿੰਡਾਂ ਦੇ ਵਿੱਚ ਜਿਹੜਾ ਹੈ ਕੋਈ ਟਾਵਾਂ ਜਿਹੜਾ ਬੱਚਾ ਹੈ ਉਹੀ ਪੜ੍ਹਦਾ ਸੀ। ਸੋ ਇਹਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਮੋਹਨ ਸਿੰਘ ਦੀ, ਜਿਹੜਾ ਕਿ ਪਿੰਡ ਦੇ ਵਿੱਚ ਸਿਰਫ ਇੱਕ ਲੌਤਾ ਬੱਚਾ ਸੀ ਜਿਹੜਾ ਕਿ ਪੜ੍ਹਿਆ ਲਿਖਿਆ ਸੀ, ਔਰ ਪੜ੍ਹਿਆ ਲਿਖਿਆ ਹੋਣ ਦੇ ਕਰਕੇ ਸਾਰੇ ਪਿੰਡ ਦੇ ਲੋਕ ਜਿਹੜੇ ਅਨਪੜ੍ਹ ਲੋਕ ਆ, ਜਿਹੜੇ ਆਪਣੇ ਹੱਥੀਂ ਕੁਝ ਲਿਖ ਪੜ੍ਹ ਨਹੀਂ ਸੀ ਸਕਦੇ, ਇਸ ਕਰਕੇ ਤਕਰੀਬਨ ਸਾਰੇ ਪਿੰਡ ਦੀਆਂ ਚਿੱਠੀਆਂ ਜਿਹੜੀਆਂ ਆ ਉਹ ਮੋਹਨ ਸਿੰਘ ਹੀ ਲਿਖਦਾ ਸੀ। ਜਦੋਂ ਉਹ ਕਿਸੇ ਨੂੰ ਚਿੱਠੀ ਤੋਂ ਲਿਖਣ ਤੋਂ ਜਵਾਬ ਦੇ ਦਿੰਦਾ ਤਾਂ ਲੋਕ ਉਸ ਨਾਲ ਔਖੇ ਜਿਹੇ ਹੋ ਜਾਂਦੇ। ਉਹ ਆਪਣੀ ਜ਼ਬਾਨੀ ਦੱਸਦਾ ਹੈ ਕਿ ਮੈਂ ਪੂਰੇ 5 ਵਰ੍ਹੇ ਚਿੱਠੀਆਂ ਲਿਖਦਾ ਰਿਹਾ ਹਾਂ। ਹੁਣ ਜਿਹੜਾ ਆ ਪਿੰਡ ਦੇ ਲੋਕ ਸਿਰਫ ਮੋਹਨ ਸਿੰਘ ਤੋਂ ਹੀ ਚਿੱਠੀਆਂ ਲਿਖਦੇ ਸੀ, ਔਰ ਜੇ ਕਿਤੇ ਬਾਈ ਚਾਂਸ ਮੋਹਨ ਸਿੰਘ ਚਿੱਠੀ ਲਿਖਣ ਤੋਂ ਮਨਾ ਕਰ ਦਿੰਦਾ, ਕੋਈ ਆਨਾਕਾਨੀ ਕਰਦਾ, ਤਾਂ ਪਿੰਡ ਦੇ ਲੋਕ ਜਿਹੜੇ ਸੀ ਉਹਦੇ ਨਾਲ ਔਖੇ ਜਿਹੇ ਹੋ ਜਾਂਦੇ, ਖਿਝ ਜਿਹੇ ਜਾਂਦੇ ਕਿ ਇਹ ਚਿੱਠੀ ਲਿਖਣ ਤੋਂ ਮਨਾ ਕਿਉਂ ਕਰਦਾ ਪਿਆ ਆ। ਔਰ ਮੋਹਨ ਸਿੰਘ ਨੂੰ ਚਿੱਠੀਆਂ ਲਿਖਦੇ ਹੋਏ ਪੂਰੇ 5 ਵਰ੍ਹੇ ਮਤਲਬ 5 ਸਾਲ ਹੋ ਗਏ ਸੀ। ਪਿਛਲੇ 5 ਸਾਲਾਂ ਤੋਂ ਲਗਾਤਾਰ ਉਹ ਪਿੰਡ ਵਾਲਿਆਂ ਦੀਆਂ ਚਿੱਠੀਆਂ ਲਿਖਦਾ ਆ ਰਿਹਾ ਸੀ, 5ਵੀਂ ਤੋਂ ਲੈ ਕੇ 10ਵੀਂ ਤੱਕ। ਕਹਿਣ ਤੋਂ ਕੀ ਭਾਵ ਹੈ ਕਿ ਜਦੋਂ ਮੋਹਨ ਸਿੰਘ ਨੇ 5ਵੀਂ ਪਾਸ ਕੀਤੀ ਸੀ, ਉਦੋਂ ਤੋਂ ਲੈ ਕੇ ਹੁਣ ਮੋਹਨ ਸਿੰਘ 10ਵੀਂ ਪਾਸ ਕਰ ਚੁੱਕਾ ਸੀ, ਔਰ 5 ਸਾਲ 5ਵੀਂ ਤੋਂ ਲੈ ਕੇ 10ਵੀਂ ਤੱਕ 5 ਸਾਲ ਹੋ ਗਏ ਸੀ ਲਗਾਤਾਰ ਉਹ ਪਿੰਡ ਦੇ ਲੋਕਾਂ ਦੀਆਂ ਚਿੱਠੀਆਂ ਲਿਖਦਾ ਆ ਰਿਹਾ ਸੀ।
चिट्ठियाँ लिख लिख मैं अक गया सा मतलब बोर हो गया सी, दुखी हो गया सी। हुण चिट्ठी लिखना तो औखा काम नहीं है, 4 अखर लिखे सुख सांद लिखी ते कहानी खत्म। पर ਜਿਹੜਾ ਮੋਹਨ ਸਿੰਘ ਸੀ, ਜਿਹੜਾ ਪਿਛਲੇ 5 ਵਰਿਆਂ ਤੋਂ ਲਗਾਤਾਰ ਚਿੱਠੀਆਂ ਲਿਖਦਾ ਆ ਰਿਹਾ ਸੀ, ਉਹ ਚਿੱਠੀਆਂ ਲਿਖ ਲਿਖ ਕੇ ਦੁਖੀ ਹੋ ਗਿਆ ਸੀ, ਅੱਕ ਗਿਆ ਸੀ, ਪਰੇਸ਼ਾਨ ਹੋ ਗਿਆ ਸੀ। ਕਿਉਂ ਇੱਦਾਂ ਸੀ? ਦੇਖੋ ਰੀਜ਼ਨ ਉਹਨਾਂ ਨੇ ਦੱਸਿਆ ਆ। ਲੋਕੀ ਚਿੱਠੀਆਂ ਲਿਖਵਾਉਂਦੇ ਵੀ ਤਾਂ ਸਿੱਧੀ ਤਰ੍ਹਾਂ ਨਹੀਂ ਸੀ, ਕੁੜੀਆਂ 4-4 ਸਫ਼ਿਆਂ ਦੀਆਂ ਚਿੱਠੀਆਂ ਲਿਖਵਾਉਂਦੀਆਂ ਸੀ। ਹੁਣ ਜੇ ਤੁਹਾਨੂੰ ਕੁਐਸਚਨ ਆ ਜਾਵੇ ਕਿ ਜਿਹੜਾ ਮੋਹਨ ਸਿੰਘ ਹੈ ਉਹ ਚਿੱਠੀਆਂ ਲਿਖ ਲਿਖ ਕੇ ਕਿਉਂ ਅੱਕ ਗਿਆ ਸੀ, ਤਾਂ ਸਭ ਤੋਂ ਪਹਿਲਾ ਜਿਹੜਾ ਰੀਜ਼ਨ ਹੈ, ਤੁਸੀਂ ਕੀ ਲਿਖੋਗੇ ਕਿ ਪਿੰਡ ਦੇ ਲੋਕ ਜਿਹੜੇ ਨਾ ਉਹਦੇ ਕੋਲੋਂ ਕੋਈ ਸਿੱਧੀ ਚਿੱਠੀ ਨਹੀਂ ਸੀ ਲਿਖਵਾਉਂਦੇ ਕਿ 4 ਅੱਖਰ ਜਿਹੜੇ ਆ ਸੁੱਖ ਸਲਾਮਤੀ ਦੇ ਲਿਖਵਾਏ ਤੇ ਕਹਾਣੀ ਖਤਮ। ਨਹੀਂ, ਜਿਹੜੀਆਂ ਪਿੰਡ ਦੀਆਂ ਕੁੜੀਆਂ ਸੀਗੀਆਂ ਨਾ, ਉਹ ਘੱਟੋ ਘੱਟ 4-4 ਸਫ਼ੇ ਮਤਲਬ 4-4 ਪੰਨਿਆਂ ਦੀਆਂ 4-4 ਪੇਜਿਸ ਦੀਆਂ ਚਿੱਠੀਆਂ ਜਿਹੜੀਆਂ ਆ ਉਹ ਮੋਹਨ ਸਿੰਘ ਤੋਂ ਲਿਖਵਾਉਂਦੀਆਂ ਸੀ। ਚਿੱਠੀਆਂ ਵਿੱਚ ਦੋਹੇ ਹੁੰਦੇ ਆ 2-2 ਲਾਈਨਾਂ ਦੀ ਆ 17 ਮਤਲਬ 2-2 ਲਾਈਨਾਂ ਵਿੱਚ ਲਿਖੀ ਗਈ ਛੋਟੀ ਕਵਿਤਾ। ਆਮ ਕਰਕੇ ਜਿਹੜੀ ਕਵਿਤਾ ਹੈ ਉਹ ਵੱਡੀ ਕਵਿਤਾ ਵੀ ਹੁੰਦੀ ਆ, ਲੰਬੀ ਕਵਿਤਾ ਜਿਹਨੂੰ ਅਸੀਂ ਕਹਿ ਲੈਂਦੇ ਹਾਂ, ਪਰ ਕਈ ਕਵਿਤਾਵਾਂ ਜਿਹੜੀਆਂ ਹੁੰਦੀਆਂ ਆ ਉਹ 2-2 ਸਤਰਾਂ ਜੋੜ ਕੇ ਬਣਾਈਆਂ ਗਈਆਂ ਆ। ਜਿਸ ਤਰ੍ਹਾਂ ਕਬੀਰ ਦੇ ਦੋਹੇ ਮਸ਼ਹੂਰ ਹੈ ਨਾ, ਉਸੇ ਤਰ੍ਹਾਂ 2-2 ਸਤਰਾਂ ਨੂੰ ਜੋੜ ਕੇ ਜਿਹੜੀ ਹੈ ਉਹ ਕਵਿਤਾ ਬਣਾਈ ਜਾਂਦੀ ਹੈ। ਹੁਣ ਜਿਹੜੀਆਂ ਕੁੜੀਆਂ ਸੀ ਉਹ 4-4 ਸਫ਼ਿਆਂ ਦੀਆਂ ਪੰਨਿਆਂ ਦੀਆਂ ਚਿੱਠੀਆਂ ਲਿਖਵਾਉਂਦੀਆਂ ਸੀ, ਔਰ ਚਿੱਠੀਆਂ ਦੇ ਵਿੱਚ ਕੀ ਨਾਂ ਲਿਖਵਾਉਂਦੀਆਂ ਸੀ? ਦੋਹੇ ਮਤਲਬ 2-2 ਸਤਰਾਂ ਦੀਆਂ ਕਵਿਤਾਵਾਂ। ਟਿੱਚਰਾ ਮਤਲਬ ਮਖੌਲ, ਜਦੋਂ ਅਸੀਂ ਕਿਸੇ ਤੋਂ ਟਿੱਚਰ ਕਰਦੇ ਹਾਂ, ਕਿਸੇ ਦਾ ਮਖੌਲ ਉਡਾਉਂਦੇ ਹਾਂ। ਤੁਕਾਂ ਹੁੰਦੀਆਂ ਆ ਜਦੋਂ ਅਸੀਂ ਕਿਸੇ ਢੁਕਵੇਂ ਸਮੇਂ ਦੇ ਉੱਪਰ ਕੋਈ ਜਿਹੜੀ ਆ ਢੁਕਵੀਂ ਤੁਕ ਬੋਲਦੇ ਹਾਂ, ਠੀਕ ਹੈ, ਤਾਂ ਉਹ ਉਸ ਸਮੇਂ ਨੂੰ ਤੁਕ ਮਤਲਬ ਲਾਈਨ 70 ਨੂੰ ਕਹਿੰਦੇ, ਜਦੋਂ ਅਸੀਂ ਮੌਕੇ ਦੇ ਉੱਪਰ ਕੋਈ ਢੁਕਵੀਂ ਲਾਈਨ ਜਿਹੜੀ ਆ ਬੋਲ ਦਿੰਦੇ ਹਾਂ। ਸੋ ਜਿਹੜੀਆਂ ਕੁੜੀਆਂ ਸੀ ਉਹ ਕੀ ਕਰਦੀਆਂ ਸੀ? 4-4 ਸਫ਼ਿਆਂ ਦੀਆਂ ਚਿੱਠੀਆਂ ਲਿਖਵਾਉਂਦੀਆਂ ਸੀ, ਔਰ ਚਿੱਠੀਆਂ ਦੇ ਵਿੱਚ 2-2 ਸਤਰਾਂ ਦੀ ਕਵਿਤਾ ਮਤਲਬ ਦੋਹੇ, ਟਿੱਚਰਾਂ ਮਤਲਬ ਜਦੋਂ ਅਸੀਂ ਕਿਸੇ ਨੂੰ ਮਖੌਲ ਕਰਦੇ ਹਾਂ, ਤੇ ਤੁਕਾਂ ਜੋੜ ਕੇ ਲਿਖਵਾਉਂਦੀਆਂ ਸੀ, ਸਿੱਧੀ ਚਿੱਠੀ ਨਹੀਂ ਸੀ ਲਿਖਵਾਉਂਦੀਆਂ। ਹਾਲਾਂਕਿ ਉਹਨਾਂ ਨੂੰ ਪਤਾ ਹੁੰਦਾ ਚਿੱਠੀ ਲਿਖਣ ਵਾਲਾ ਕੋਈ ਹੋਰ ਹੈ, ਪਰ ਉਹ ਛਾਤੀ 'ਤੇ ਹੱਥ ਰੱਖ ਕੇ ਅੱਖਾਂ ਮੀਚ ਕੇ ਕਹਿੰਦੀਆਂ, ਲਿਖ ਚਿੱਠੀ ਲਿਖਦੀ ਹਾਂ ਖੂਨ ਨਾਲ, ਸਿਆਹੀ ਨਾ ਸਮਝਣਾ। ਸਿਆਹੀ ਮਤਲਬ ਇੰਕ ਜਿਹਦੇ ਨਾਲ ਲਿਖਿਆ ਜਾਂਦਾ ਆ। ਮਰ ਗਈ ਹਾਂ ਤੇਰੀ ਯਾਦ ਵਿੱਚ, ਜਿਉਂਦੀ ਨਾ ਸਮਝਣਾ। ਹੁਣ ਕੁੜੀਆਂ ਜਿਹੜੀਆਂ ਆ, ਬੇਸ਼ੱਕ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਚਿੱਠੀ ਲਿਖਣ ਵਾਲਾ ਕੋਈ ਹੋਰ ਹੈ, ਪਰਾਇਆ ਆ, ਬੇਗਾਨਾ ਆ, ਪਰ ਫਿਰ ਵੀ ਉਹ ਚਿੱਠੀ ਲਿਖਵਾਉਣ ਸਮੇਂ ਜਰਾ ਝਿਜਕਦੀਆਂ ਨਹੀਂ ਸੀ। ਉਹ ਜਦੋਂ ਵੀ ਆਪਣੇ ਪ੍ਰੇਮੀ ਦੇ ਨਾਮ 'ਤੇ ਚਿੱਠੀ ਲਿਖਵਾਉਂਦੀਆਂ ਸੀ, ਕਿਸੇ ਆਪਣੇ ਪਿਆਰੇ ਨੂੰ, ਪ੍ਰੇਮੀ ਨੂੰ ਜਿਹੜਾ ਤੋਂ ਦੂਰ ਚਲਾ ਗਿਆ ਆ, ਉਹਦੀ ਯਾਦ ਦੇ ਵਿੱਚ ਮੋਹਨ ਸਿੰਘ ਤੋਂ ਚਿੱਠੀਆਂ ਲਿਖਵਾਉਂਦੀਆਂ ਸੀ, ਤਾਂ ਉਹ ਕੀ ਕਰਦੀਆਂ ਸੀ? ਆਪਣੀ ਛਾਤੀ ਦੇ ਉੱਪਰ ਹੱਥ ਰੱਖ ਕੇ ਆਪਣੇ ਪ੍ਰੇਮੀ ਨੂੰ ਯਾਦ ਕਰਦੀਆਂ ਹੋਈਆਂ ਅੱਖਾਂ ਮੀਚ ਕੇ ਕੀ ਕਹਿੰਦੀਆਂ ਸੀ ਕਿ ਚਿੱਠੀ ਦੇ ਵਿੱਚ ਜਿਹੜਾ ਹੈ ਕੀ ਲਿਖ ਕਿ ਉਹ ਚਿੱਠੀ ਜਿਹੜੀ ਹੈ ਉਹ ਸਿਆਹੀ ਨਾਲ ਨਹੀਂ, ਸਗੋਂ ਆਪਣੇ ਖੂਨ ਦੇ ਨਾਲ ਲਿਖ ਰਹੀਆਂ ਆ, ਔਰ ਮਰ ਗਈ ਹਾਂ ਤੇਰੀ ਯਾਦ ਵਿੱਚ। ਔਰ ਉਹਦੀ ਯਾਦ ਦੇ ਵਿੱਚ, ਆਪਣੇ ਪ੍ਰੇਮੀ ਦੇ ਯਾਦ ਦੇ ਵਿੱਚ ਜਿਹੜੀ ਉਹਦੀ ਹਾਲਤ ਹੈ ਉਹ ਕਿਵੇਂ ਦੀ ਹੋ ਗਈ ਹੈ? ਮਰਿਆ ਵਰਗੀ ਉਹਦੀ ਹਾਲਤ ਹੋ ਗਈ। ਉਹਦੀ ਯਾਦ ਦੇ ਵਿੱਚ ਜਿਹੜੀ ਹੈ ਉਹ ਮਰ ਗਈ ਹੈ, ਇਸ ਕਰਕੇ ਜਿਹੜੀ ਹੈ ਉਹ ਉਹਨੂੰ ਜਿਉਂਦੀ ਨਾ ਸਮਝੇ, ਕਿਉਂਕਿ ਉਹਦੀ ਹਾਲਤ ਜਿਹੜੀ ਹੈ ਉਹ ਮਰਿਆਂ ਵਰਗੀ ਹੋ ਗਈ ਹੈ। ਸੋ ਕਹਿਣ ਤੋਂ ਕੀ ਭਾਵ ਹੈ ਕਿ ਜਿਹੜੀਆਂ ਕੁੜੀਆਂ ਸੀ ਉਹ ਜਰਾ ਵੀ ਝਿਜਕਦੀਆਂ ਨਹੀਂ ਸੀ ਕਿ ਚਿੱਠੀ ਲਿਖਣ ਵਾਲਾ ਹੋ ਰਿਹਾ, ਉਹ ਆਪਣੇ ਪ੍ਰੇਮੀ ਲਈ ਚਿੱਠੀ ਲਿਖਵਾ ਰਹੀਆਂ ਆ, ਸਗੋਂ ਉਹ ਆਪਣੇ ਦਿਲ ਦੇ ਉੱਪਰ ਹੱਥ ਰੱਖ ਕੇ ਆਪਣੇ ਪ੍ਰੇਮੀ ਨੂੰ ਯਾਦ ਕਰਦੀਆਂ, ਉਹਦੇ ਨਾਮ 'ਤੇ ਚਿੱਠੀ ਲਿਖਵਾਉਂਦੀਆਂ, ਔਰ ਉਹ ਇਹ ਕਹਿੰਦੀਆਂ ਕਿ ਉਹਨੇ ਚਿੱਠੀ ਜਿਹੜੀ ਹੈ ਆਪਣੇ ਖੂਨ ਦੇ ਨਾਲ ਲਿਖੀ ਹੈ, ਕਿਉਂਕਿ ਹੁਣ ਉਹਦੀ ਹਾਲਤ ਜਿਹੜੀ ਹੈ ਉਹ ਮਰਿਆਂ ਵਰਗੀ, ਵਿਛੋੜੇ ਦੇ ਵਿੱਚ ਆਪਣੇ ਪ੍ਰੇਮੀ ਤੋਂ ਵਿਛੜ ਜਾਣ ਕਰਕੇ ਮਰਿਆਂ ਵਰਗੀ ਹੋ ਗਈ ਹੈ। ਮੈਨੂੰ ਕਈ ਮਿੰਟ ਉਡੀਕਣਾ ਪੈਂਦਾ ਉਸ ਸਮਾਧੀ 'ਚੋਂ ਨਿਕਲਣ ਤੋਂ ਅਗਲੀ ਗੱਲ ਲਿਖਵਾਂ। ਹੁਣ ਵੱਡੀ ਮੁਸੀਬਤ ਕੀ ਸੀ ਮੋਹਨ ਦੇ ਗੱਲ, ਕਿ ਇੱਕ ਤਾਂ ਉਹ ਚਿੱਠੀ ਜਿਹੜੀ ਹੈ ਸਿੱਧੀ ਨਹੀਂ ਸੀ ਲਿਖਵਾਉਂਦੀਆਂ, 4-4 ਸਫ਼ਿਆਂ ਦੀਆਂ ਚਿੱਠੀਆਂ ਲਿਖਵਾਉਂਦੀਆਂ, ਫਿਰ ਵਿੱਚ ਕਈ ਕੁਝ ਦੋਹੇ, ਟਿੱਚਰਾਂ, ਤੁਕਾਂ ਜੋੜ ਲੈਂਦੀਆਂ। ਫਿਰ ਉਹ ਪ੍ਰੇਮੀ ਨੂੰ ਚਿੱਠੀ ਲਿਖਵਾਉਣ ਸਮੇਂ ਜਰਾ ਵੀ ਝਿਜਕਦੀਆਂ ਨਹੀਂ ਸੀ ਕਿ ਉੱਪਰੇ ਤੋਂ ਲਿਖਵਾ ਰਹੀਆਂ ਆ,
ਔਰ ਫਿਰ ਕੀ ਕਰਦੀਆਂ, ਚਿੱਠੀ ਲਿਖਵਾਉਂਦੀਆਂ ਜਿਹੜੀਆਂ ਆ ਉਹ ਸੋਚਾਂ ਦੇ ਵਿੱਚ ਮਤਲਬ ਸਮਾਧੀ ਦੇ ਵਿੱਚ ਗਵਾ ਜਾਂਦੀਆਂ। ਕਿੰਨੀ ਦੇਰ ਅੱਖਾਂ ਮੀਚ ਕੇ ਬੈਠੀਆਂ ਰਹਿੰਦੀਆਂ, ਕੁਝ ਬੋਲਦੀਆਂ ਹੀ ਨਹੀਂ ਸੀ। ਔਰ ਮੋਹਨ ਸਿੰਘ ਵਿਚਾਰਾ ਬੈਠਾ ਉਡੀਕਦਾ ਰਹਿੰਦਾ ਕਿ ਕਦੋਂ ਉਹਨਾਂ ਦੀ ਸਮਾਧੀ ਟੁੱਟੇ, ਮਤਲਬ ਕਦੋਂ ਉਹ ਅੱਖਾਂ ਖੋਲ੍ਹਣ, ਕਦੋਂ ਉਹ ਬੋਲਣ ਤੇ ਅਗਲੀ ਗੱਲ ਲਿਖਵਾਉਣ ਤੇ ਚਿੱਠੀ ਪੂਰੀ ਹੋਵੇ। ਸੋ ਕਿੰਨੀ ਦੇਰ ਮੋਹਨ ਸਿੰਘ ਜਿਹੜਾ ਸੀ ਉਹਨਾਂ ਦੀ ਸਮਾਧੀ ਟੁੱਟਣ ਦਾ ਇੰਤਜ਼ਾਰ ਕਰਦਾ ਰਹਿੰਦਾ ਕਿ ਕਦੋਂ ਉਹ ਅੱਖਾਂ ਖੋਲ੍ਹਣ ਤੇ ਅਗਲੀ ਗੱਲ ਲਿਖਵਾਉਣ। ਅਗਲੀ ਗੱਲ ਹੁੰਦੀ ਇਹਨਾਂ ਪਰਦੇਸੀਆਂ ਤੇ ਨਾ ਕਰਨਾ ਇਤਬਾਰ, ਇਹ ਰੱਸੀ ਦਾ ਸੱਪ ਬਣਾ ਦਿੰਦੇ। ਰੱਸੀ ਦਾ ਸੱਪ ਮਤਲਬ ਛੋਟੀ ਜਿਹੀ ਗੱਲ ਨੂੰ ਵੱਡਾ ਬਣਾ ਦਿੰਦੇ ਆ। ਹੁਣ ਜਿਹੜਾ ਹੈ ਇਹਦੇ ਵਿੱਚ ਕਿਹਨਾਂ ਦੀ ਗੱਲ ਕੀਤੀ ਗਈ ਹੈ, ਪਰਦੇਸੀਆਂ ਨੂੰ, ਜਿਹੜੇ ਕੀ ਕਹਿ ਲਓ ਕਿ ਇੱਧਰੋਂ ਆਪਣੀਆਂ ਪ੍ਰੇਮਿਕਾਵਾਂ ਨੂੰ ਛੱਡ ਕੇ ਬਾਹਰ ਮੁਲਕਾਂ ਦੇ ਵਿੱਚ ਚਲੇ ਗਏ ਆ। ਹੁਣ ਉਹਨਾਂ ਦੇ ਵਿਛੋੜੇ ਦੇ ਵਿੱਚ ਜਿਹੜੀਆਂ ਇੱਧਰ ਰਹਿ ਗਈਆਂ ਆ ਉਹਨਾਂ ਦੀ ਹਾਲਤ ਕੀ ਆ, ਉਹ ਕੀ ਕਹਿੰਦੀਆਂ ਆ ਕਿ ਜਿਹੜੇ ਪ੍ਰੇਮੀ ਉਹਨਾਂ ਨੂੰ ਛੱਡ ਕੇ ਪਰਦੇਸ ਚਲੇ ਗਏ ਆ, ਬੇਸਹਾਰਾ ਇਕੱਲਿਆਂ ਛੱਡ ਗਏ ਆ ਨਾ, ਉਹਨਾਂ 'ਤੇ ਬਿਲਕੁਲ ਵੀ ਇਤਬਾਰ ਨਹੀਂ ਕਰਨਾ ਚਾਹੀਦਾ, ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਤਾਂ ਨਿੱਕੀ ਜਿਹੀ ਗੱਲ ਨੂੰ ਬਹੁਤ ਵੱਡਾ ਬਣਾ ਦਿੰਦੇ ਆ। ਉਹ ਸਾਡੇ ਪਿਆਰ ਦਾ ਮੁੱਲ ਨਹੀਂ ਪਾਉਂਦੇ, ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉੱਧਰ ਜਾ ਕੇ ਕੁਝ ਹੋਰ ਦੀ ਹੋਰ ਬਣ ਜਾਂਦੀ ਹੈ। ਇਸ ਕਰਕੇ ਜਿਹੜਾ ਹੈ ਇਹਨਾਂ ਦੇ ਉੱਪਰ, ਪਰਦੇਸੀਆਂ ਦੇ ਉੱਪਰ ਜਿਹੜਾ ਹੈ ਕਦੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਹਮੇਸ਼ਾ ਹੀ ਆਪਣੀਆਂ ਪ੍ਰੇਮਿਕਾਵਾਂ ਨੂੰ ਬੇਸਹਾਰਾ ਇਕੱਲਿਆਂ ਹੀ ਛੱਡ ਦਿੰਦੇ ਆ। ਕੋਈ ਕਹਿੰਦੀ ਉਹ ਲਿਖਦੇ ਬਈ ਉਹ ਸਾਨੂੰ ਚਿੱਠੀ ਪਾ ਦੇਵੇ ਕਿ ਉਹ ਇਸ ਮਹੀਨੇ ਦੇ ਅੰਦਰ ਮੈਨੂੰ ਲੈਣ ਆਊਗਾ, ਭਾਵੇਂ ਨਾ ਹੀ ਆਵੇ ਪਰ ਇਸ ਤਰ੍ਹਾਂ ਚਿੱਠੀ ਵਿੱਚ ਜ਼ਰੂਰ ਲਿਖ ਦੇਵੇ। ਸੋ ਹੋਰ ਜੇ ਕੋਈ ਚਿੱਠੀ ਲਿਖਵਾਉਂਦਾ ਤਾਂ ਉਹ ਕੀ ਲਿਖਵਾਉਂਦਾ ਕਿ ਉਹ ਉਹਨੂੰ ਜਿਹੜਾ ਹੈ ਪ੍ਰੇਮੀ ਨੂੰ ਕੀ ਕਵੇ ਕਿ ਉਹਨੂੰ ਇਸ ਮਹੀਨੇ ਦੇ ਵਿੱਚ ਜਿਹੜਾ ਹੈ ਇਸ ਤਰ੍ਹਾਂ ਚਿੱਠੀ ਲਿਖੇ ਕਿ ਮਹੀਨੇ ਦੇ ਅੰਦਰ ਜਿਹੜਾ ਹੈ ਉਹ ਉਹਨੂੰ ਲੈਣ ਦੇ ਲਈ ਆਵੇਗਾ, ਭਾਵੇਂ ਨਾ ਹੀ ਆਵੇ ਪਰ ਚਿੱਠੀ ਦੇ ਵਿੱਚ ਇੱਦਾਂ ਲਿਖ ਕੇ ਉਹਨੂੰ ਇੱਕ ਤਰ੍ਹਾਂ ਦਾ ਦਿਲਾਸਾ ਜ਼ਰੂਰ ਦੇ ਦੇਵੇ, ਤਾਂ ਕਿ ਉਹਦੇ ਮਨ ਨੂੰ ਤਸੱਲੀ ਹੋ ਜਾਵੇ ਕਿ ਇਸ ਮਹੀਨੇ ਦੇ ਵਿੱਚ ਜਿਹੜਾ ਹੈ ਉਹਦਾ ਪ੍ਰੇਮੀ ਉਹਨੂੰ ਲੈਣ ਦੇ ਲਈ ਆਵੇਗਾ। ਇਸ ਤਰ੍ਹਾਂ ਦੀਆਂ ਚਿੱਠੀਆਂ ਲਿਖ ਮੈਂ ਥੱਕ ਗਿਆ। ਵਾਰਿਸ ਸ਼ਾਹ ਦੀ ਬੈਂਤ ਹੁੰਦਾ ਬੇਟਾ ਛੰਦ ਜਿਹੜੇ ਆ ਉਹ ਵਰਤੇ ਜਾਂਦੇ ਆ ਕਵਿਤਾ ਲਿਖਣ ਦੇ ਲਈ। ਜਿਹੜੀ ਕਵਿਤਾ ਹੈ ਉਹ ਹਮੇਸ਼ਾ ਛੰਦਾਂ ਦੇ ਵਿੱਚ ਲਿਖੀ ਜਾਂਦੀ ਆ। ਕਹਿਣ ਤੋਂ ਕੀ ਭਾਵ ਹੈ ਕਿ ਜਿਹੜੀਆਂ ਕਵਿਤਾਵਾਂ ਆ ਉਹਦੇ ਵਿੱਚ ਆਮ ਕਰਕੇ ਅੱਖਰਾਂ ਤੇ ਮਾਤਰਾਵਾਂ ਦੀ ਗਿਣਤੀ ਜਿਹੜੀ ਹੈ ਉਹ ਨਾਪ ਤੋਲ ਕੇ ਰੱਖੀ ਜਾਂਦੀ ਹੈ। ਜੇਕਰ ਪਹਿਲੀ ਸਤਰ ਦੇ ਵਿੱਚ ਜਿਹੜੀ ਹੈ ਅੱਖਰਾਂ ਤੇ ਮਾਤਰਾਵਾਂ ਦੀ ਗਿਣਤੀ ਜਿੰਨੀ ਹੈ ਨਾ ਉਹਦੇ ਮੁਕਾਬਲੇ ਦੂਜੀ ਸਤਰ ਜਿਹੜੀ ਹੈ ਉਹਦੇ ਵਿੱਚ ਵੀ ਮਾਤਰਾਵਾਂ ਤੇ ਅੱਖਰਾਂ ਦੀ ਗਿਣਤੀ ਜਿਹੜੀ ਹੈ ਉਹ ਬਰਾਬਰ ਰੱਖੀ ਜਾਂਦੀ ਹੈ, ਤਾਂ ਕਿ ਜਿਹੜੀ ਕਵਿਤਾ ਹੈ ਉਹਦਾ ਲੈ ਬਣੀ ਰਵੇ, ਸੁਰ ਬਣੇ ਰਹਿਣ। ਇਸ ਕਰਕੇ ਜਿਹੜੀ ਕਵਿਤਾ ਹੈ ਉਹ ਹਮੇਸ਼ਾ ਬੈਂਤ ਦੇ ਵਿੱਚ ਜਾਂ ਛੰਦ ਦੇ ਵਿੱਚ ਲਿਖੀ ਜਾਂਦੀ ਹੈ। ਕਬੀਰ ਦੇ ਦੋਹੇ ਮਤਲਬ 2 ਸਤਰਾਂ ਦੀ ਕਵਿਤਾ। ਬੈਂਤ ਜਿਹੜੀ ਹੈ ਉਹ ਹਮੇਸ਼ਾ ਲੰਬੀ ਕਵਿਤਾ ਹੁੰਦੀ ਹੈ, ਕਾਫੀ ਲੰਬੀ ਕਵਿਤਾ ਨੂੰ ਕਹਿੰਦੇ ਆ, ਠੀਕ ਹੈ। ਸੋ ਜਿਹੜੀਆਂ ਇੱਦਾਂ ਦੀਆਂ ਚਿੱਠੀਆਂ ਸੀ ਜਿਹਦੇ ਵਿੱਚ ਕੁੜੀਆਂ ਵਾਰਿਸ ਸ਼ਾਹ ਦੀ ਬੈਂਤ ਮਤਲਬ ਲੰਬੀ ਕਵਿਤਾ ਤੋਂ ਲੈ ਕੇ ਕਬੀਰ ਦੇ ਦੋਹੇ ਮਤਲਬ 2-2 ਸਤਰਾਂ ਦੀਆਂ ਕਵਿਤਾਵਾਂ ਤੱਕ ਪਤਾ ਨਹੀਂ ਉਹ ਚਿੱਠੀ ਦੇ ਵਿੱਚ ਕੀ ਲਿਖਵਾਉਂਦੀਆਂ ਰਹਿੰਦੀਆਂ ਸੀ, ਸਾਰਾ ਕੁਝ ਐਡ ਕਰਾ ਦਿੰਦੀਆਂ ਸੀ। ਹੋਰ ਛੋਟੇ ਟੁਟਕੜਿਆਂ ਕਹਿੰਦੇ ਕਹਾਵਤਾਂ ਦਾ ਅੰਤ ਨਹੀਂ ਸੀ, ਪਤਾ ਨਹੀਂ ਕੀ ਕੁਝ ਲਿਖਵਾਉਂਦੀਆਂ ਰਹਿੰਦੀਆਂ ਸੀ। ਸੋ ਕੁੜੀਆਂ ਜਿਹੜੀਆਂ ਆ ਚਿੱਠੀ ਦੇ ਵਿੱਚ ਲਿਖਵਾਉਣ ਤੋਂ ਕੁਝ ਵੀ ਝਿਜਕਦੀਆਂ ਨਹੀਂ ਸੀ। ਬੈਂਤ ਹੋ ਗਿਆ, ਦੋਹੇ ਹੋ ਗਏ, ਕਹਾਵਤਾਂ ਹੋ ਗਿਆ, ਸਾਰਾ ਕੁਝ ਜਿਹੜਾ ਹੈ ਉਹ ਲਿਖਵਾਉਂਦੀਆਂ ਰਹਿੰਦੀਆਂ ਸੀ। ਕੋਈ ਕਹਿੰਦੀ ਵੇ ਮੋਹਣਿਆ ਸਾਨੂੰ ਲੋਕਾਂ ਵਾਂਗੂ ਟੁਟਕੜੇ ਘੜਨੇ ਹੁੰਦੇ, ਗੱਲਾਂ ਬਣਾਉਣੀਆਂ। ਆਮ ਕਰਕੇ ਕਈ ਲੋਕ ਜਿਹੜੇ ਆ ਨਾ ਬੜੀਆਂ ਸੋਹਣੀਆਂ ਗੱਲਾਂ ਬਣਾ ਲੈਂਦੇ ਆ, ਠੀਕ ਹੈ, ਵਧਾ ਚੜਾ ਕੇ ਗੱਲਾਂ ਆਖ ਲੈਂਦੇ ਆ, ਪਰ ਕਈ ਸਿੱਧੜੇ ਇੱਦਾਂ ਦੇ ਵੀ ਹੁੰਦੇ ਆ ਜਿਨ੍ਹਾਂ ਨੂੰ ਗੱਲਾਂ ਬਣਾਉਣੀਆਂ ਨਹੀਂ ਆਉਂਦੀਆਂ। ਸੋ ਕਈ ਕੀ ਕਹਿੰਦੀਆਂ ਸੀ ਵੇ ਮੋਹਣਿਆ ਜਿਹੜਾ ਹੈ ਉਹ ਮੋਹਨ ਸਿੰਘ ਨੂੰ ਕਿਹਾ ਗਿਆ ਆ। ਕੀ ਕਹਿੰਦੀਆਂ ਸੀ ਕਿ ਸਾਨੂੰ ਜਿਹੜੇ ਆ ਲੋਕਾਂ ਵਾਂਗੂ ਗੱਲਾਂ ਬਣਾਉਣੀਆਂ ਨਹੀਂ ਆਉਂਦੀਆਂ, ਤੂੰ ਆਪੇ ਲਿਖ ਦੇ ਜਿਹੜੀ ਗੱਲ ਤੈਨੂੰ ਚੰਗੀ ਲੱਗਦੀ ਹੈ। ਸੋ ਜਿਹੜੀਆਂ ਕੁੜੀਆਂ ਚਿੱਠੀਆਂ ਨਹੀਂ ਲਿਖਵਾ ਸਕਦੀਆਂ ਸੀ, ਜਿਹੜੀਆਂ ਇਹ ਕਹਿੰਦੀਆਂ ਸੀ ਕਿ ਉਹਨਾਂ ਨੂੰ ਗੱਲਾਂ ਬਣਾਉਣੀਆਂ ਨਹੀਂ ਆਉਂਦੀਆਂ, ਉਹ ਕੀ ਕਹਿੰਦੀਆਂ ਸੀ ਮੋਹਨ ਸਿੰਘ ਨੂੰ ਕਿ ਤੂੰ ਆਪਣੇ ਵੱਲੋਂ ਹੀ ਜਿਹੜੀ ਗੱਲ ਤੈਨੂੰ ਚੰਗੀ ਲੱਗਦੀ ਹੈ ਉਹ ਚਿੱਠੀ ਦੇ ਵਿੱਚ ਲਿਖ ਦੇ। ਵਿੱਚ ਸਾਡੀ ਰਾਮ ਸੱਤ ਜ਼ਰੂਰ ਲਿਖ ਦੇ। ਰਾਮ ਸੱਤ ਮਤਲਬ ਹਾਲ ਚਾਲ।
मैं परेशान हो जाता आखिर मैं अपने आप की लिखां ते की ना लिखां। हुण मोहन सिंह जिहड़ा सी वो दुखी इस गल्लों हो जाता कि वो किसी दे दिल दा हाल किवें चिट्ठी दे विच बयान करे, वो अपने आप की लिखे चिट्ठी दे विच, क्योंकि असी किसी दे दिल दा हाल जिहड़ा आ वो नहीं जान सकते कि किसी दे दिल दे विच की चल रहा आ। पर कुड़ियां जिहड़ियां सी मोहन सिंह नूं की कहंदियां सी कि तू अपने वल्लों ही लिख दे। सो मोहन सिंह परेशान हो जाता कि वो अपने वल्लों चिट्ठी दे विच की लिखे ते की ना लिखे, किसी दे दिल दा हाल किवें शब्दां दे विच बयान करे। बुढ़ियां अपने रोने रोंदियां, ये जिहड़ा आपां उपरला बिरतांत पढ़िया आ वो सारा कुड़ियां दा आ, जिहड़ियां कुड़ियां चिट्ठियां दे विच हाल चाल लिखांदियां सी। हुण आ गईयां बुढ़ियां दी गल। बुढ़ियां अपने रोने रोंदियां, किसी दी नूंह कपत्ती, कपत्ती कहंदे आ लड़ाकी नूं, किसी दी धी दुखी, किसी दा पुत्त फौज च भर्ती हो गया, किसी दा हत्थ तंग सी, तंग मतलब पैसिਆਂ ਵੱਲੋਂ तंग सी, ਉਹਨਾਂ ਨੂੰ ਖਾਈ ਜਾ ਮੁਕੱਦਮਾ ਉਹਨਾਂ ਨੂੰ ਖਾਈ ਜਾ ਰਿਹਾ ਸੀ। ਮਹੀਨੇ 'ਚ 2-2 ਤਰੀਕਾਂ ਪੈਂਦੀਆਂ ਸੀ। ਹੁਣ ਆਮ ਕਰਕੇ ਜਿਹੜਾ ਹੈ ਪਿੰਡਾਂ ਦੇ ਵਿੱਚ ਕਹਿ ਲਓ ਕਿ ਜ਼ਮੀਨ ਜਾਇਦਾਦਾਂ ਨੂੰ ਲੈ ਕੇ ਕੋਈ ਨਾ ਕੋਈ ਕਲਹ ਕਲੇਸ਼ ਜਾਂ ਮੁਕੱਦਮਾ ਚੜਿਆ ਹੀ ਰਹਿੰਦਾ ਆ ਵਹੀ ਖਾਤੇ ਦੇ ਵਿੱਚ, ਠੀਕ ਹੈ। ਸੋ ਬੁੜੀਆਂ ਜਿਹੜੀਆਂ ਸੀ ਉਹ ਆਪਣੇ ਰੋਣੇ ਰੋਂਦੀਆਂ ਸੀ, ਕਿਸੇ ਦੀ ਨੂੰਹ ਕਪੱਤੀ ਮਤਲਬ ਲੜਾਕੀ ਆ ਜਿਹਦੇ ਨਾਲ ਘਰ ਦੇ ਵਿੱਚ ਨਿੱਤ ਕੀ ਰਹਿੰਦਾ ਆ, ਕਲੇਸ਼ ਰਹਿੰਦਾ ਆ। ਕਿਸੇ ਦਾ ਪੁੱਤ ਜਿਹੜਾ, ਕਿਸੇ ਦੀ ਧੀ ਜਿਹੜੀ ਆ ਦੁਖੀ ਆ ਮਤਲਬ ਆਪਣੇ ਸਹੁਰੇ ਘਰ ਸੁਖੀ ਨਹੀਂ ਆ। ਪੁੱਤ ਜਿਹੜਾ ਆ ਫੌਜ ਦੇ ਵਿੱਚ ਹੈ ਮਤਲਬ ਘਰੋਂ ਦੂਰ ਆ, ਘਰ ਦੀ ਜਿਹੜੀ ਆ ਸੁੱਖ ਸਾਂਦ ਲੈਣ ਦੇ ਲਈ ਜਿਹੜਾ ਹੈ ਪੁੱਤਰ ਉਹਨਾਂ ਦੇ ਕੋਲ ਨਹੀਂ ਆ। ਤੇ ਕਿਸੇ ਦਾ ਜਿਹੜਾ ਹੈ ਹੱਥ ਤੰਗ ਹੈ ਮਤਲਬ ਪੈਸਿਆਂ ਵੱਲੋਂ ਉਹਨਾਂ ਨੂੰ ਤੰਗੀ ਹੈ। ਮੁਕੱਦਮਾ ਚੱਲਦਾ ਪਿਆ, ਕੋਈ ਨਾ ਕੋਈ ਜ਼ਮੀਨ ਜਾਇਦਾਦ ਨੂੰ ਲੈ ਕੇ ਜਿਹੜਾ ਹੈ ਮੁਕੱਦਮਾ ਚੱਲ ਰਿਹਾ ਹੈ, ਜਿਹਦੀਆਂ ਮਹੀਨੇ ਦੇ ਵਿੱਚ 2-2 ਪੇਸ਼ੀਆਂ ਮਤਲਬ ਕਚਹਿਰੀ ਦੇ ਵਿੱਚ 2-2 ਸੁਣਵਾਈਆਂ ਹੁੰਦੀਆਂ। ਕਿਸੇ ਦੀ ਧੀ ਨੂੰ ਲੰਬੀ ਬਿਮਾਰੀ ਸੀ, ਸਹੁਰੇ ਉਹਨੂੰ ਲਿਜਾਂਦੇ ਨਹੀਂ, ਉਹ ਪੇਕਿਆਂ ਦਾ ਬੂਹਾ ਮੱਲੀ ਬੈਠੀ ਸੀ, ਉਹ ਨਾ ਮਰਦੀ ਸੀ ਤੇ ਨਾ ਰਾਜ਼ੀ ਹੁੰਦੀ ਸੀ। ਸੋ ਹੁਣ ਕੀ ਸੀ ਕਿ ਕਿਸੇ ਦੀ ਧੀ ਜਿਹੜੀ ਹੈ ਉਹ ਲੰਬੀ ਬਿਮਾਰੀ ਕਰਕੇ ਆਪਣੇ ਪੇਕਿਆਂ ਦਾ ਬੂਹਾ ਮੱਲੀ ਬੈਠੀ ਸੀ। ਆਮ ਕਰਕੇ ਕਹਿੰਦੇ ਆ ਕਿ ਸਹੁਰੇ ਵੀ ਉਦੋਂ ਹੀ ਕੁੜੀਆਂ ਨੂੰ ਲਿਜਾਂਦੇ ਆ ਜਦੋਂ ਉਹ ਕੰਮ ਦੀ ਹੁੰਦੀ ਹੈ, ਜਦੋਂ ਉਹ ਘਰ ਨੂੰ ਸਾਂਭ ਲਵੇ, ਤੇ ਜਦੋਂ ਉਹ ਕੰਮ ਦੀ ਨਹੀਂ ਰਹਿੰਦੀ ਤਾਂ ਸਹੁਰੇ ਵੀ ਉਹਨੂੰ ਜਿਹੜੇ ਆ ਉਹ ਧੱਕਾ ਹੀ ਮਾਰਦੇ ਆ। ਸੋ ਕਿਸੇ ਕਿਸੇ ਦੇ ਘਰ ਦੀ ਹਾਲਤ ਕੀ ਸੀ ਕਿ ਧੀ ਜਿਹੜੀ ਆ ਉਹ ਬਿਮਾਰੀ ਕਰਕੇ ਪੇਕਿਆਂ ਦੇ ਬੈਠੀ ਸੀ, ਨਾ ਤਾਂ ਉਹ ਠੀਕ ਹੁੰਦੀ ਸੀ ਸਿਹਤ ਤੇ ਨਾ ਹੀ ਉਹ ਮਰਦੀ ਸੀ, ਵਿੱਚ ਵਿਚਾਲੇ ਲਟਕੀ ਪਈ ਸੀ। ਡਾਕਟਰ ਨੇ ਨਿੱਤ ਨਵੇਂ ਲੋਦੇ ਕਹਿੰਦੇ ਟੀਕੇ ਲਾ ਲਾ ਕੁੜੀ ਦਾ ਸਰੀਰ ਛਾਂ ਦਿੱਤਾ ਮਤਲਬ ਕਮਜ਼ੋਰ ਕਰ ਦਿੱਤਾ। ਹੁਣ ਤੁਹਾਨੂੰ ਡਾਕਟਰਾਂ ਦਾ ਤਾਂ ਪਤਾ ਹੀ ਹੈ ਕਿ ਜਿਹੜੇ ਡਾਕਟਰ ਆ ਉਹ ਸਿਰਫ ਆਪਣੀਆਂ ਜੇਬਾਂ ਭਰਨ ਦੀ ਕਰਦੇ ਆ, ਆਪਣੇ ਪੈਸੇ ਬਣਾਉਣ ਦੀ ਕਰਦੇ ਆ, ਕਦੀ ਵੀ ਅਸਲੀਅਤ ਨਹੀਂ ਦੱਸਦੇ ਕਿ ਕੀ ਹੈ। ਸੋ ਡਾਕਟਰ ਕੀ ਕਰਦਾ ਆ ਕਿ ਰੋਜ਼ ਨਵੇਂ ਟੀਕੇ ਲਗਾਈ ਜਾਂਦਾ ਆ, ਕੁੜੀ ਦਾ ਸਰੀਰ ਜਿਹੜਾ ਆ ਉਹ ਕਮਜ਼ੋਰ ਹੋਈ ਜਾ ਰਿਹਾ। ਡਾਕਟਰ ਦਾ ਘਰ ਭਰ ਰਿਹਾ ਹੈ, ਉਹ ਦਿਨ ਪ ਦਿਨ ਕੰਗਾਲ ਹੋ ਰਿਹਾ, ਔਰ ਡਾਕਟਰ ਜਿਹੜਾ ਆ ਉਹਦੀਆਂ ਜੇਬਾਂ ਭਰੀ ਜਾ ਰਹੀਆਂ ਆ, ਔਰ ਜਿਹੜੇ ਕੁੜੀ ਵਾਲੇ ਆ ਉਹ ਦਿਨ ਪ੍ਰਤੀ ਦਿਨ ਕੀ ਹੋਈ ਜਾ ਰਿਹਾ, ਗਰੀਬ ਹੋਈ ਜਾ ਰਹੇ। ਗੱਲ ਕਿ ਲੋਕਾਂ ਦੇ ਦੁੱਖ ਲਿਖ ਮੈਂ ਦੁਖੀ ਹੋ ਜਾਂਦਾ, ਸਾਰਾ ਦਿਨ ਸੋਚਦਾ ਰਹਿੰਦਾ ਇਹ ਲੋਕ ਕਦੀ ਰਾਜ਼ੀ ਖੁਸ਼ੀ ਹੋਣਗੇ, ਖੁਸ਼ੀਆਂ ਮਨਾਉਣਗੇ ਤੇ ਮੇਥੋਂ ਸੋਹਣੀਆਂ ਗੱਲਾਂ ਲਿਖਵਾਉਣਗੇ, ਉਹ ਗੱਲਾਂ ਜਿਹੜੀਆਂ ਮੈਨੂੰ ਦੁਖੀ ਨਾ ਕਰਨ, ਮੈਨੂੰ ਖੁਸ਼ ਰੱਖਣ, ਸਦਾ ਖੁਸ਼। ਸੋਚਦਾ ਮੈਂ ਗੌਤਮ ਬੁੱਧ ਦੀ ਫਿਲਾਸਫੀ ਵਿੱਚ ਜਾ ਵੜਦਾ। ਇਹ ਦੁਨੀਆ ਦੁੱਖਾਂ ਦਾ ਘਰ ਹੈ, ਉਹਦਾ ਇਹ ਵਚਨ ਮੇਰੇ ਦਿਮਾਗ ਵਿੱਚ ਗੂੰਜਦਾ ਰਹਿੰਦਾ। ਸੋ ਜਿਹੜਾ ਮੋਹਨ ਸਿੰਘ ਸੀ ਇਹੋ ਜਿਹੀਆਂ ਚਿੱਠੀਆਂ ਲਿਖ ਕੇ ਪਰੇਸ਼ਾਨ ਹੋ ਜਾਂਦਾ। ਉਹ ਇਹ ਸੋਚਦਾ ਸੀ ਕਿ ਕਦੀ ਉਹਦੇ ਪਿੰਡ ਦੇ ਉਹਦੇ ਕੋਲੋਂ ਚੰਗੀਆਂ ਚਿੱਠੀਆਂ ਵੀ ਲਿਖਾਣਗੇ, ਸੁੱਖ ਸੰਦੀ ਹੋਣ ਦੀ ਚਿੱਠੀ ਵੀ ਲਿਖਵਾਉਣਗੇ। ਫਿਰ ਉਹਨੂੰ ਯਾਦ ਆਉਂਦਾ ਕਿ ਗੌਤਮ ਬੁੱਧ ਨੇ ਵੀ ਇਹੀ ਕਿਹਾ ਸੀ ਕਿ ਸੰਸਾਰ ਜਿਹੜਾ ਹੈ ਉਹ ਦੁੱਖਾਂ ਦਾ ਘਰ ਹੈ, ਹਰ ਬੰਦੇ ਨੂੰ ਕੋਈ ਨਾ ਕੋਈ ਦੁੱਖ ਜਿਹੜਾ ਹੈ ਉਹ ਜ਼ਰੂਰ ਹੈ। ਇਹੀ ਗੱਲ ਜਿਹੜੀ ਸੀ ਉਹਦੇ ਦਿਮਾਗ ਦੇ ਵਿੱਚ ਵੱਜਦੀ ਰਹਿੰਦੀ ਤੇ ਉਹ ਵਿਚਾਰਾ ਇਹੀ ਸੋਚਦਾ ਰਹਿੰਦਾ ਕਿ ਉਹਦੇ ਪਿੰਡ ਦੇ ਲੋਕ ਕਦੀ ਸੁਖੀ ਸੰਦੀ ਹੋਣਗੇ ਵੀ ਜਾਂ ਨਹੀਂ। ਮੇਰਾ ਜੀ ਕਰਦਾ ਮੈਂ ਪਿੰਡੋਂ ਭੱਜ ਜਾਵਾਂ ਦੂਰ, ਜਿੱਥੇ ਕੋਈ ਮੈਨੂੰ ਜਾਣਦਾ ਨਾ ਹੋਵੇ, ਉੱਥੇ ਨਾ ਮੈਥੋਂ ਕੋਈ ਚਿੱਠੀ ਲਿਖਾਵੇਗਾ ਤੇ ਨਾ ਮੈਨੂੰ ਦੁਖੀ ਹੋਵਾਂਗਾ। ਹੁਣ ਅਖੀਰ ਜਿਹੜਾ ਸੀ ਮੋਹਨ ਸਿੰਘ ਦਾ ਕੀ ਚਿੱਤ ਕਰਦਾ ਸੀ ਕਿ ਉਹ ਪਿੰਡੋਂ ਦੌੜ ਜਾਵੇ। ਅਸਲ ਦੇ ਵਿੱਚ ਉਹ ਇਹੋ ਜਿਹੀਆਂ ਦੁੱਖ ਭਰੀਆਂ ਚਿੱਠੀਆਂ ਲਿਖ ਕੇ ਸੱਤ ਚੁੱਕਾ ਸੀ, ਤੰਗ ਆ ਚੁੱਕਾ ਸੀ। ਇਸ ਕਰਕੇ ਉਹ ਸੋਚਦਾ ਸੀ ਕਿ ਪਿੰਡੋਂ ਕਿਤੇ ਦੂਰ ਦੌੜ ਜਾਵੇ, ਜਿੱਥੇ ਨਾ ਤਾਂ ਕੋਈ ਉਹਦੇ ਕੋਲੋਂ ਚਿੱਠੀ ਲਿਖਵਾਵੇਗਾ ਤੇ ਨਾ ਹੀ ਉਹਨੂੰ ਕੋਈ ਦੁਖੀ ਤੇ ਪਰੇਸ਼ਾਨ ਕਰੇਗਾ। ਕਪੂਰੇ ਦਾ ਪੁੱਤ ਮੇਘਾ
ਮੇਲੋ ਦੀ ਧੀ ਸ਼ਰਬਤੀ ਤੇ ਨਾਈਆਂ ਦਾ ਕੋਟਾ। ਇਹ ਤਿੰਨੋਂ ਨਾਮ ਬੇਟਾ ਤੁਹਾਨੂੰ ਯਾਦ ਕਰਨੇ ਪੈਣੇ ਆ, ਕਿਉਂਕਿ ਇਹ ਜਿਹੜੇ ਆ ਉਹ ਪੁੱਛ ਲੈਂਦੇ ਆ ਕਿ ਮੋਹਨ ਸਿੰਘ ਤੋਂ ਇਲਾਵਾ ਪਿੰਡ ਵਿੱਚ ਹੋਰ ਕਿਹੜੇ ਕਿਹੜੇ ਬੱਚੇ ਪੜ੍ਹੇ ਸੀ। ਸੋ 3 ਬੱਚੇ ਹੋਰ ਸੀ, ਕਪੂਰੇ ਦਾ ਪੁੱਤ ਮੇਗਾ, ਮੇਲੋ ਦੀ ਧੀ ਸ਼ਰਬਤੀ ਤੇ ਨਾਈਆਂ ਦਾ ਕੋਟਾ। ਇਹ 3 ਬੱਚੇ ਹੋਰ ਵੀ ਸੀ ਜਿਨ੍ਹਾਂ ਨੇ 5ਵੀਂ 'ਚ ਹੋ ਗਏ ਸੀ। ਮੈਂ ਇਸ਼ਾਰੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਉਹ ਉਹਨਾਂ ਤੋਂ ਲਿਖਵਾ ਲਿਆ ਕਰਨ ਲੋਕ ਚਿੱਠੀਆਂ। ਸੋ ਮੋਹਨ ਸਿੰਘ ਤੋਂ ਇਲਾਵਾ ਪਿੰਡ ਦੇ 3 ਹੋਰ ਬੱਚੇ ਜਿਹੜੇ ਸੀ ਉਹ 5ਵੀਂ 'ਚ ਹੋ ਚੁੱਕੇ ਸੀ, ਮਤਲਬ ਪੜ੍ਹੇ ਸੀ। ਇਸ ਕਰਕੇ ਮੋਹਨ ਸਿੰਘ ਕੀ ਚਾਹੁੰਦਾ ਸੀ ਕਿ ਹੁਣ ਪਿੰਡ ਦੇ ਲੋਕ ਜਿਹੜੇ ਆ ਉਹਨੂੰ ਛੱਡ ਕੇ ਇਹਨਾਂ ਤਿੰਨਾਂ ਕੋਲੋਂ ਵੀ ਆਪਣੀਆਂ ਚਿੱਠੀਆਂ ਜਿਹੜੀਆਂ ਆ ਉਹ ਲਿਖਵਾਇਆ ਕਰਨ। ਪਰ ਉਹ ਕਹਿੰਦੇ ਕਿਹਦੇ ਸਾਹਮਣੇ ਘਰ ਦਾ ਭੇਤ ਉਹ ਖੋਲਦੇ ਫਿਰਨ। ਕਬੀਲਦਾਰੀ ਦੇ 100 ਪਰਦੇ ਹੁੰਦੇ ਆ। ਕਬੀਲਦਾਰੀ ਮਤਲਬ ਘਰ-ਬਾਰ ਦੇ, ਪਰਿਵਾਰ ਦੇ। ਹੁਣ ਜਿਹੜੇ ਲੋਕ ਸੀ, ਇੱਥੇ ਇੰਪੋਰਟੈਂਟ ਹੈ ਕਿ ਜਿਹੜੇ ਲੋਕ ਸੀ ਉਹ ਸਿਰਫ ਮੋਹਨ ਸਿੰਘ ਤੋਂ ਹੀ ਕਿਉਂ ਚਿੱਠੀਆਂ ਲਿਖਵਾਉਂਦੇ ਸੀ। ਉਹ ਕੀ ਕਹਿੰਦੇ ਸੀ ਕਿ ਕਿਹਦੇ ਅੱਗੇ ਅਸੀਂ ਘਰਾਂ ਤੇ ਭੇਤ ਖੋਲ ਸਕਦੇ। ਆਮ ਕਰਕੇ ਘਰ ਪਰਿਵਾਰਾਂ ਦੇ ਕਈ ਭੇਤ ਇਹੋ ਜਿਹੇ ਹੁੰਦੇ ਆ, 100 ਪਰਦੇ ਹੁੰਦੇ ਆ ਜਿਹੜੇ ਅਸੀਂ ਸਾਰਿਆਂ ਦੇ ਅੱਗੇ ਨਹੀਂ ਖੋਲ ਸਕਦੇ। ਹਰ ਦੇ ਅੱਗੇ ਆਪਣੇ ਘਰਾਂ ਦੇ ਜਿਹੜੇ ਪਰਦੇ ਆ ਉਹਨਾਂ ਨੂੰ ਨਹੀਂ ਬਿਆਨ ਕਰ ਸਕਦੇ। ਮੋਹਨ ਸਿਆਂ ਤੇ ਤੋਂ ਕਦੇ ਅਸੀਂ ਕੋਈ ਗੱਲ ਲੁਕਾ ਕੇ ਨਹੀਂ ਰੱਖੀ। ਹਰ ਗੱਲ ਧੀਆਂ ਪੁੱਤਰਾਂ ਵਾਂਗ ਤੇਰੇ ਨਾਲ ਕਰ ਲੈਂਦੇ ਹਾਂ, ਆਪਣੇ ਦਿਲ ਦੀ ਫੋਲ ਲੈਂਦੇ ਹਾਂ। ਤੇਰੇ ਕੋਲ ਹੋਰ ਸਾਲਾ ਕੀ ਹੈ, ਇੱਥੇ ਬਸ ਆਪਣਾ ਦਿਲ ਹੌਲਾ। ਹੌਲਾ ਮਤਲਬ ਹਲਕਾ। ਨਾਲੇ ਤੂੰ ਸਾਡੀ ਸੁਣ ਵੀ ਲੈਣਾ ਧਿਆਨ ਨਾਲ। ਪਰ ਪਿੰਡ ਦੇ ਲੋਕ ਜਿਹੜੇ ਸੀ ਉਹ ਸਿਰਫ ਮੋਹਨ ਸਿੰਘ ਤੋਂ ਹੀ ਚਿੱਠੀਆਂ ਲਿਖਵਾਉਂਦੇ ਸੀ। ਕਿਉਂ? ਕਿਉਂਕਿ ਉਹ ਕੀ ਕਹਿੰਦੇ ਸੀ ਕਿ ਉਹਨਾਂ ਨੇ ਕਦੀ ਵੀ ਮੋਹਨ ਸਿੰਘ ਕੋਲੋਂ ਕੋਈ ਗੱਲ ਲੁਕਾ ਕੇ ਨਹੀਂ ਰੱਖੀ। ਉਹ ਹਰ ਗੱਲ ਜਿਹੜੀ ਆ ਆਪਣੇ ਧੀਆਂ ਪੁੱਤਰਾਂ ਵਾਂਗ, ਜਿੱਦਾਂ ਅਸੀਂ ਆਪਣੇ ਘਰ ਦੇ ਧੀਆਂ ਪੁੱਤਰਾਂ ਨਾਲ ਹਰ ਘਰ ਦੀ ਗੱਲ ਕਰ ਲੈਂਦੇ ਨਾ, ਉਸੇ ਤਰ੍ਹਾਂ ਉਹ ਮੋਹਨ ਸਿੰਘ ਨਾਲ ਹਰ ਗੱਲ ਜਿਹੜੀ ਆ ਆਪਣੇ ਧੀਆਂ ਪੁੱਤਰਾਂ ਵਾਂਗ ਕਰ ਲੈਂਦੇ ਸੀ ਤੇ ਆਪਣਾ ਦਿਲ ਜਿਹੜਾ ਆ ਉਹਦੇ ਸਾਹਮਣੇ ਫੋਲ ਲੈਂਦੇ ਸੀ ਕਿ ਉਹਨਾਂ ਦੇ ਦਿਲ ਦੇ ਵਿੱਚ ਕੀ ਆ। ਤੇ ਇਸ ਤਰ੍ਹਾਂ ਉਹਨਾਂ ਨੇ ਕਦੀ ਵੀ ਜਿਹੜੀ ਸੀ ਉਹਦੇ ਕੋਲੋਂ ਕੋਈ ਗੱਲ ਲੁਕਾ ਕੇ ਨਹੀਂ ਰੱਖੀ ਸੀ। ਇਸ ਤਰ੍ਹਾਂ ਕਰਕੇ ਉਹਨਾਂ ਦਾ ਦਿਲ ਜਿਹੜਾ ਸੀ ਨਾ ਉਹ ਹਲਕਾ ਹੋ ਜਾਂਦਾ ਸੀ, ਹੌਲਾ ਹੋ ਜਾਂਦਾ ਸੀ। ਉਹਨਾਂ ਨੂੰ ਤਸੱਲੀ ਹੋ ਜਾਂਦੀ ਸੀ ਕਿ ਉਹਨਾਂ ਨੇ ਜਿਹੜਾ ਹੈ ਮੋਹਨ ਸਿੰਘ ਨਾਲ ਗੱਲ ਕਰਕੇ ਚਿੱਠੀ ਲਿਖਵਾ ਦਿੱਤੀ ਹੈ। ਤੇ ਨਾਲੇ ਜਿਹੜਾ ਸੀ ਮੋਹਨ ਸਿੰਘ ਧਿਆਨ ਦੇ ਨਾਲ ਗੱਲ ਸੁਣ ਵੀ ਲੈਂਦਾ ਸੀ ਉਹਨਾਂ ਦੀ ਤੇ ਚਿੱਠੀ ਲਿਖ ਵੀ ਦਿੰਦਾ ਸੀ। ਉਹਨਾਂ ਦਾ ਲਾਡ ਨਾਲ ਕਿਹਾ ਮੋਹਨ ਸਿਆਂ ਮੈਨੂੰ ਚੰਗਾ ਲੱਗਦਾ ਸੀ। ਉਦੋਂ ਪਿੰਡ ਦੇ ਲੋਕ ਉਹਨੂੰ ਪਿਆਰ ਦੇ ਨਾਲ ਮੋਹਨ ਸਿਆਂ ਕਹਿੰਦੇ ਸੀ ਨਾ, ਤੁਹਾਨੂੰ ਬੜਾ ਹੀ ਚੰਗਾ ਲੱਗਦਾ ਸੀ। ਉਹ ਸੱਚੇ ਵੀ ਸਨ। ਮੈਂ ਉਹਨਾਂ ਦੇ ਘਰ ਦੀ ਹਰ ਗੱਲ, ਹਰ ਘਟਨਾ ਥੋੜ ਤੇ ਲੋੜ ਤੋਂ ਜਾਣੂ ਸਾਂ। ਹੁਣ ਹਾਲ ਕੀ ਸੀ ਕਿ ਮੋਹਨ ਸਿੰਘ ਜਿਹੜਾ ਸੀ ਨਾ ਪਿਛਲੇ 5 ਸਾਲਾਂ ਤੋਂ ਲਗਾਤਾਰ ਚਿੱਠੀਆਂ ਲਿਖਦਾ ਆ ਰਿਹਾ ਸੀ। ਇਸ ਕਰਕੇ ਜਿਹੜਾ ਹੈ ਉਹ ਉਹਨਾਂ ਦੇ ਘਰ ਦੀ ਹਰ ਗੱਲ ਥੋੜ੍ਹੀ ਤੋਂ ਲੈ ਕੇ ਬਹੁਤੀ ਜਿੰਨੀ ਵੀ ਸੀ ਨਾ ਉਹ ਸਾਰੀ ਜਾਣਦਾ ਸੀ। ਪਿੰਡ ਦੇ ਲੋਕ ਹਰ ਆਪਣੀ ਗੱਲ ਉਹਦੇ ਨਾਲ ਕਰ ਲੈਂਦੇ ਸੀ, ਧੀਆਂ ਪੁੱਤਰਾਂ ਵਾਂਗ ਉਹਦੇ ਨਾਲ ਗੱਲ ਸਾਂਝੀ ਕਰ ਲੈਂਦੇ ਸੀ, ਆਪਣਾ ਹਲਕਾ ਮਹਿਸੂਸ ਕਰਦੇ ਸੀ। ਇਸ ਕਰਕੇ ਮੋਹਨ ਸਿੰਘ ਉਹਨਾਂ ਦੇ ਘਰ ਦੇ ਸਾਰੇ ਰਾਜ਼ ਜਾਣਦਾ ਸੀ ਤੇ ਜਿਵੇਂ ਮੈਂ ਉਹਨਾਂ ਦੇ ਟੱਬਰ ਦਾ ਇੱਕ ਜੀਅ ਹੋਵਾਂ। ਉਹਨਾਂ ਨੂੰ ਇੱਦਾਂ ਲੱਗਦਾ ਸੀ ਕਿ ਮੋਹਨ ਸਿੰਘ ਜਿਹੜਾ ਹੈ ਨਾ ਉਹਨਾਂ ਦੇ ਪਰਿਵਾਰ ਦਾ ਇੱਕ ਮੈਂਬਰ ਹੀ ਆ, ਜੀ ਆ, ਉਹਨੂੰ ਓਪਰਾ ਨਹੀਂ ਸੀ ਮੰਨਦੇ। ਇਹ ਸੋਚ ਕੇ ਮੈਂ ਨੀਵੀਂ ਪਾ ਲੈਂਦਾ ਤੇ ਮੈਨੂੰ ਸ਼ਰਮ ਜੀ ਆ ਜਾਂਦੀ। ਅਖੀਰ 2 ਲਫ਼ਜ਼ ਲਿਖਣ ਪਿੱਛੇ ਮੈਂ ਉਹਨਾਂ ਨੂੰ ਇੰਨਾ ਤੰਗ ਕਿਉਂ ਕਰਦਾ, ਕਿਉਂ ਜਵਾਬ ਦੇ ਦਿੰਦਾ ਚਿੱਠੀ ਲਿਖਣ ਤੋਂ। ਅਖੀਰ ਜਿਹੜਾ ਸੀ ਮੋਹਨ ਸਿੰਘ ਸ਼ਰਮਿੰਦਾ ਹੋ ਜਾਂਦਾ ਕਿ ਅਖੀਰ ਜਿਹੜਾ ਹੈ ਉਹ ਚਿੱਠੀ ਲਿਖਣ ਪਾਸੇ ਜਿਹੜਾ ਹੈ ਇੰਨਾ ਕਿਉਂ ਸਤਾਉਂਦਾ ਆ, ਇੰਨਾ ਕਿਉਂ ਤੰਗ ਕਰਦਾ ਆ। ਇਸ ਕਰਕੇ ਉਹ ਕਹਿੰਦਾ ਸੀ ਕਿ ਕੀ 2 ਲਫ਼ਜ਼ ਲਿਖਣ ਪਿੱਛੇ ਪਿੰਡ ਵਾਲਿਆਂ ਨੂੰ ਤੰਗ ਕਰਨਾ ਹੋਇਆ। ਇਸ ਕਰਕੇ ਜਿਹੜਾ ਹੈ ਪਿੰਡ ਦੇ ਲੋਕ ਸਿਰਫ ਮੋਹਨ ਸਿੰਘ ਤੋਂ ਹੀ ਚਿੱਠੀਆਂ ਲਿਖਵਾਉਂਦੇ ਸੀ। ਸੋ ਇੱਥੋਂ ਤੱਕ ਜਿਹੜਾ ਹੈ ਉਹ ਤੁਹਾਡੀ ਸਟੋਰੀ ਦਾ ਫਸਟ ਪਾਰਟ ਹੋ ਗਿਆ ਕਿ ਮੋਹਨ ਸਿੰਘ ਜਿਹੜਾ ਹੈ ਉਹ ਕਿਹੋ ਜਿਹਾ ਪਾਤਰ ਸੀ, ਕਿਉਂ ਦੁਖੀ ਸੀ ਤੇ ਪਿੰਡ ਦੇ ਲੋਕ ਜਿਹੜੇ ਆ ਸਿਰਫ ਮੋਹਨ ਸਿੰਘ ਤੋਂ ਹੀ ਚਿੱਠੀਆਂ ਕਿਉਂ ਲਿਖਵਾਉਂਦੇ ਸੀ। ਠੀਕ ਹੈ। ਸੋ ਇਸ ਤੋਂ ਅੱਗੇ ਜਿਹੜਾ ਹੈ ਸਟੋਰੀ ਦਾ ਮੇਨ ਤੁਹਾਡੀ ਜਿਹੜੀ ਹੈ ਹਰ ਕੌਰ ਦੀ ਸਟੋਰੀ ਸ਼ੁਰੂ ਹੋਣੀ ਆ, ਜਿਹੜੀ ਕਿ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ। ਸੋ ਤੁਸੀਂ ਇੰਨੇ ਪਾਰਟ ਨੂੰ ਧਿਆਨ ਦੇ ਨਾਲ ਸੁਣਨਾ ਹੈ ਤੇ ਧਿਆਨ ਦੇ ਨਾਲ ਸਮਝਣਾ ਹੈ। ਥੈਂਕ ਯੂ।